ਔਰ ਇਸੇ ਕਰਕੇ ਹੀ ਜਦੋਂ ਵੀ ਉੱਤਰੀ ਵਿਧਾਨ ਸਭਾ 'ਚ ਇਲੈਕਸ਼ਨ ਦੀ ਗੱਲ ਹੁੰਦੀ ਹੈ, ਸਭ ਤੋਂ ਪਹਿਲਾਂ ਉਹਨੂੰ ਵਿਕਾਸ ਨਾਲ ਤੋਲਿਆ ਜਾਂਦਾ ਹੈ, ਕਿਉਂਕਿ ਪੂਰੇ ਪੰਜਾਬ 'ਚ ਜਿੰਨਾ ਵਿਕਾਸ ਨਹੀਂ ਹੋਇਆ ਨਾ ਅਨਿਲ ਜੋਸ਼ੀ ਨੇ ਆਪਣੀ ਟੈਨਿਓਰ 'ਚ ਕੀਤਾ। ਇਸ ਕਰਕੇ ਵਿਕਾਸ ਮੈਂ ਤਾਂ ਇਹ ਸਮਝਦਾ ਵਿਕਾਸ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਜਿਹੜਾ ਵਿਕਾਸ ਅਨਿਲ ਜੋਸ਼ੀ ਨੇ ਕੀਤਾ ਸੀ ਉਹਨੂੰ ਜੇ ਮੇਨਟੇਨ ਹੀ ਕਰ ਲੈਂਦੇ ਤਾਂ ਮੈਂ ਕਹਿੰਦਾ ਕਿ ਸੁਨੀਲ ਦੱਤੀ ਜੀ ਨੇ ਕੋਈ ਕੰਮ ਕੀਤਾ। ਜਨਤਾ ਦੀ ਕਚਹਿਰੀ ਦੇ ਵਿੱਚ ਉਹਨਾਂ ਦੇ ਬੇਟੇ ਸੁਨੀਲ ਦੱਤੀ ਦੇ ਆਦਿੱਤਿਆ ਦੱਤੀ ਕਹਿੰਦੇ ਕਿ ਜਿਹੜੇ ਅਨਿਲ ਜੋਸ਼ੀ ਉਹ ਚੌਥੇ ਨੰਬਰ ਦੇ ਆ, ਉਹਨਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ। ਹਾਂ, ਸੁਨੀਲ ਦੱਤੀ ਜੀ ਨੂੰ ਹਰਾਉਣ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਊਗਾ। ਆਦਿੱਤਿਆ ਦੱਤੀ ਜੀ ਨਾਲ ਫਿਰ ਹੁਣ ਨਾਰਥ ਹਲਕੇ ਦੇ ਸਵਾਲ ਹੈ, ਗਰੂਰ ਦੀ ਬੜੀ ਗੱਲ ਹੁੰਦੀ ਹੈ। ਜੇਕਰ ਗੱਲ ਕੀਤੀ ਜਾਂਦੀ ਨਾਂ ਨਹੀਂ ਲਵਾਂਗਾ, ਇਲੈਕਸ਼ਨ ਅਗਰ ਕੋਈ ਹਰਿਆ ਤੇ ਉਸ 'ਚ ਗਰੂਰ ਦੀ ਬੜੀ ਗੱਲ ਹੋਈ। ਮੈਂ ਤੁਹਾਨੂੰ ਜਵਾਬ ਤਾਂ ਤਾਂ ਹੀ ਦੇ ਪਾਊਂਗਾ ਨਾ ਤੁਸੀਂ ਮੈਨੂੰ ਨਾਮ ਲਓਗੇ ਕਿ ਕਿਹੜੇ ਲੀਡਰ 'ਚ ਗਰੂਰ ਦੀ ਗੱਲ ਹੁੰਦੀ। ਮੈਨੂੰ ਤਾਂ ਪਤਾ ਨਹੀਂ ਕਿਹੜਾ ਲੀਡਰ ਹੈ ਜਿਹਦੇ 'ਚ ਗਰੂਰ ਦੀ ਗੱਲ ਹੁੰਦੀ ਹੈ, ਲੇਕਿਨ ਮੈਂ ਤਾਂ ਆਪਣੀ ਪਾਰਟੀ ਦਾ ਆਪਣੇ ਕੈਂਡੀਡੇਟ ਦਾ ਹੀ ਇਹ ਪੱਖ ਰੱਖੂੰਗਾ ਹਮੇਸ਼ਾ। ਅਕਾਲੀ ਦਲ ਨਾਰਥ ਹਲਕੇ ਦੇ ਵਿੱਚ ਆਪਣੀ ਪਕੜ ਬਣਾ ਰਿਹਾ। ਜਦੋਂ ਅਨਿਲ ਜੋਸ਼ੀ ਵਰਗੇ ਲੀਡਰ ਹੋਣਗੇ ਤਾਂ ਅੱਛੇ ਤੋਂ ਅੱਛੇ ਏਰੀਏ ਦੇ ਵਿੱਚ ਵਧੀਆ ਪਕੜ ਕਿਉਂ ਨਹੀਂ ਬਣੂਗੀ। ਮੈਂ ਪਾਰਟੀ ਦੀ ਗੱਲ ਕਰ ਰਿਹਾ। ਮੈਂ ਵੀ ਪਾਰਟੀ ਦੀ ਗੱਲ ਕਰ ਰਿਹਾ ਕਿ ਪਾਰਟੀਆਂ ਵੀ ਜਿਹੜੀਆਂ ਹੁੰਦੀਆਂ ਉਹ ਬੰਦਿਆਂ ਦੇ ਨਾਲ ਹੀ ਹੁੰਦੀਆਂ। ਜੇਕਰ ਵਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਤੇ ਈਸਟ ਦੇ ਅਗਰ ਇਲੈਕਸ਼ਨ ਲੜਦੇ ਤੇ ਉਹ ਸਾਊਥ ਨੂੰ ਵੀ ਇਫੈਕਟ ਕਰ ਸਕਦੇ ਆ ਔਰ ਜਿਹੜੀ ਨਾਰਥ ਦੀ ਸੀਟ ਉਹ ਇਫੈਕਟ ਕਰ ਸਕਦੇ ਆ। ਕਿ ਲੱਗਦਾ ਤੁਹਾਨੂੰ ਕਿ ਵਿਕਰਮ ਮਜੀਠੀਆ ਦੇ ਆਉਣ ਦੇ ਨਾਲ ਅਗਰ ਸੀਟ ਲੜਦੇ ਆ ਤੇ ਇਹ ਦੋਨੋਂ ਸੀਟਾਂ ਵੀ ਜਿਹੜੀ ਆ ਉਹ ਕਾਫੀ ਮਜ਼ਬੂਤ ਹੋ ਜਾਣਗੀਆਂ। ਅੰਮ੍ਰਿਤਸਰ ਪੇਜ ਦੇਖ ਰਹੇ ਸਾਰੇ ਲੋਕਾਂ ਦਾ ਸਵਾਗਤ ਹੈ। ਦੋਸਤੋ, ਪੰਜਾਬ ਦੀ ਸਿਆਸਤ ਦੇ ਵਿੱਚ 117 ਸੀਟਾਂ ਤੇ ਉਹਨਾਂ 117 ਸੀਟਾਂ ਦੇ ਵਿੱਚ ਜੇ ਹੌਟ ਸੀਟ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਨਾਰਥ ਤੇ ਜਿਹੜਾ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ। ਤੇ ਅੰਮ੍ਰਿਤਸਰ ਨਾਰਥ ਦੀ ਸੀਟ ਇੱਕ ਇਹੋ ਜਿਹੀ ਸੀਟ ਹੈ ਜਿਸ ਦੇ ਵਿੱਚ ਪੂਰੇ ਪੰਜਾਬ ਦੀ ਨਜ਼ਰ ਹੈਗੀ ਹੈ। ਦੇ ਵਿੱਚ ਅਗਰ ਅੰਮ੍ਰਿਤਸਰ ਦੀ ਰਾਜਨੀਤੀ ਦੀ ਸ਼ਹਿਰੀ ਸੀਟਾਂ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਨਾਰਥ ਇੱਕ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਔਰ ਜਿਸ ਤਰ੍ਹਾਂ ਕਾਂਗਰਸ ਦੇ ਕੈਂਡੀਡੇਟ ਮੌਜੂਦਾ ਵਿਧਾਇਕ ਜਿਹੜੇ ਸੁਨੀਲ ਦੱਤੀ ਉਹਨਾਂ ਨੂੰ ਦੁਬਾਰਾ ਟਿਕਟ ਦਿੱਤੀ ਜਾਂਦੀ ਹੈ ਕਾਂਗਰਸ ਵੱਲੋਂ, ਉਸ ਤੋਂ ਬਾਅਦ ਜਿਹੜੀ ਰਾਜਨੀਤਿਕ ਪਿੱਚ ਜਿਹੜੀ ਹੈਗੀ ਅੰਮ੍ਰਿਤਸਰ ਨਾਰਥ ਦੀ ਉਹ ਗਰਮ ਹੋ ਜਾਂਦੀ ਹੈ। ਹਾਲਾਂਕਿ ਬੀਜੇਪੀ ਦਾ ਜਿਹੜਾ ਕੈਂਡੀਡੇਟ ਉਹ ਘੋਸ਼ਿਤ ਹੋਣਾ ਬਾਕੀ ਹੈ, ਲੇਕਿਨ ਤਿੰਨ ਜਿਹੜੇ ਕੈਂਡੀਡੇਟ ਹੈਗੇ ਉਹ ਮੈਦਾਨ ਡਟ ਚੁੱਕੇ ਆ। ਔਰ ਅਕਾਲੀ ਦਲ ਜਿਹੜਾ ਹੈਗਾ ਵਾ ਉਹ ਅਕਾਲੀ ਦਲ ਲਗਾਤਾਰ ਜਿਹੜੀ ਸ਼ਹਿਰਾਂ ਦੇ ਵਿੱਚ ਆਪਣੀ ਪਕੜ ਬਣਾਉਣ ਲਈ ਪੂਰਾ ਪ੍ਰਯਾਸ ਤੇ ਮਜ਼ਬੂਤ ਕਰਦਾ ਜਾ ਰਿਹਾ ਵਾ। ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਇੱਥੇ ਦੇ ਕਾਉਂਸਲਰ ਮੇਅਰ ਤੇ ਅਨਿਲ ਜੋਸ਼ੀ ਦੇ ਜਿਹੜੇ ਕਾਫੀ ਕਰੀਬੀ ਮੰਨੇ ਜਾਂਦੇ ਆ, ਅਮਨ ਐਰੀ, ਉਹਨਾਂ ਨਾਲ ਗੱਲ ਕਰਾਂਗਾ। ਅਮਨ ਜੀ, ਮੈਦਾਨ ਜਿਹੜਾ ਵਾ ਰਾਜਨੀਤਿਕ ਪਿੱਚ ਜਿਹੜੀ ਹੈ ਉਹ ਪੱਕ ਚੁੱਕੀ ਹੈ। 2017 ਦੇ ਵਿੱਚ ਜੇਕਰ ਗੱਲ ਕਰੀਏ ਤਾਂ ਸੁਨੀਲ ਦੱਤੀ ਜਿਹੜੇ ਕਾਂਗਰਸ ਦੇ ਜਿਹੜੇ ਮੌਜੂਦਾ ਵਿਧਾਇਕ ਇਸ ਵੇਲੇ ਸੀਗੇ, ਫਿਰ ਇੱਕ ਵਾਰੀ ਕਾਂਗਰਸ ਨੇ ਉਹਨਾਂ ਨੂੰ ਜਿਹੜਾ ਭਰੋਸਾ ਜਤਾਉਂਦੇ ਹੋਏ 2022 ਦੀ ਟਿਕਟ ਦਿੱਤੀ ਹੈ। ਲੇਕਿਨ ਮੈਦਾਨ ਜਿਹੜਾ ਪੁਰਾਣਾ ਹੈ, ਪਾਰੀ ਨਵੀਂ ਹੈ। ਉਸ ਦੇ ਵਿੱਚ ਜੇਕਰ ਮੈਂ ਅਕਾਲੀ ਦਲ ਦੀ ਕਰਾਂ ਤੇ ਅਨਿਲ ਜੋਸ਼ੀ ਜਿਹੜੇ ਹੈਗੇ ਆ 2 ਵਾਰ ਇੱਥੋਂ ਵਿਧਾਇਕ ਤੇ ਮੰਤਰੀ ਰਹਿ ਚੁੱਕੇ ਆ। 2017 ਦੇ ਵਿੱਚ ਹਾਲਾਂਕਿ ਜਿਹੜੇ ਲੋਕ ਉਹਨਾਂ ਨੂੰ ਨਹੀਂ ਜਿਤਾ ਸਕੇ, ਲੇਕਿਨ 2022 ਦੇ ਵਿੱਚ ਉਸੇ ਕੰਮ ਨੂੰ ਲੈ ਕੇ ਇੱਕ ਵਾਰ ਫਿਰ ਮੈਦਾਨ 'ਚ ਆਏ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੀ ਜਿਹੜੇ ਹੈਗੇ ਉਹ ਪਹਿਲੀ ਵਾਰ ਇਲੈਕਸ਼ਨ ਲੜ ਰਹੇ ਆ। ਕਿਸ ਤਰ੍ਹਾਂ ਦਾ ਸਿਸਟਮ ਬਣ ਗਿਆ, ਕਿਸ ਤਰ੍ਹਾਂ ਦੇ ਸਮੀਕਰਨ ਬਣ ਗਏ। ਲੇਕਿਨ ਗੱਲ ਮੈਂ ਅਕਾਲੀ ਦਲ ਦੀ ਸ਼ੁਰੂਆਤ ਕਰਾਂਗਾ। ਅਕਾਲੀ ਦਲ ਜਿਹੜਾ ਹੈਗਾ ਕਿਸ ਤਰ੍ਹਾਂ ਤਿਆਰ ਹੈ ਅਕਾਲੀ ਵਰਕਰ ਨਾਰਥ ਹਲਕੇ ਦੇ ਵਿੱਚ ਖਾਸ ਕਰ? ਇੱਕ ਅਲੱਗ ਹੀ ਤਰ੍ਹਾਂ ਦਾ ਉਤਸ਼ਾਹ ਹੈ ਅਕਾਲੀ ਵਰਕਰਾਂ ਦੇ ਵਿੱਚ, ਸਾਰਿਆਂ ਦੇ ਵਿੱਚ, ਕਿ ਅਨਿਲ ਜੋਸ਼ੀ ਜੀ ਨੂੰ ਦੁਬਾਰਾ ਜਿਤਾਉਣਾ। ਇੱਕ ਵਰਕਰਾਂ ਦੇ ਵਿੱਚ ਜਿੱਥੇ ਉਤਸ਼ਾਹ ਹੈ ਉੱਥੇ ਮੈਂ ਤੁਹਾਨੂੰ ਕਹੂੰਗਾ ਕਿ ਅੰਮ੍ਰਿਤਸਰ ਨਾਰਥ ਦੀ ਜਨਤਾ ਜਿਹੜਾ ਪਿਛਲੇ 2007 ਤੋਂ 2017 ਤੱਕ ਦੀ ਅਨਿਲ ਜੋਸ਼ੀ ਦੀ ਟੈਨਿਓਰ ਹੈ ਉਹਦੇ ਵਿੱਚ ਜਿੰਨਾ ਵਿਕਾਸ ਦਾ ਕੰਮ ਹੋਇਆ, ਮੈਂ ਸਮਝਦਾ ਕਿ ਪਿਛਲੇ 5 ਸਾਲਾਂ 'ਚ ਉਹਨਾਂ ਨੂੰ ਮੇਨਟੇਨ ਨਹੀਂ ਕੀਤਾ ਗਿਆ। ਅਤੇ ਉਹ 10 ਸਾਲਾਂ ਦੀ ਜਿਹੜੀ ਡਿਵੈਲਪਮੈਂਟ ਆ ਉਹ 10 ਸਾਲਾਂ ਦੀ ਡਿਵੈਲਪਮੈਂਟ ਲੋਕ ਯਾਦ ਕਰਦੇ ਨੇ। ਔਰ ਉਹ ਅਸੀਂ ਇਲੈਕਸ਼ਨ ਕੰਪੇਨ 'ਚ ਜਿੱਥੇ ਵੀ ਜਾਂਦੇ ਹਾਂ ਲੋਕ ਸਾਨੂੰ ਆਪ ਆਪਣੇ ਘਰਾਂ 'ਚ ਇਲੈਕਸ਼ਨ ਦੀ ਕੰਪੇਨ ਕਰਨ ਲਈ ਬੁਲਾ ਰਹੇ ਆ। ਔਰ ਉੱਥੇ ਆਪ ਇਹ ਗੱਲ ਚਰਚਾ ਦਾ ਵਿਸ਼ੇ ਬਣਦੀ ਹੈ ਕਿ ਜੋ ਡਿਵੈਲਪਮੈਂਟ ਅਨਿਲ ਜੋਸ਼ੀ ਜੀ ਨੇ ਉਹ 10 ਸਾਲ ਦੀ ਆਪਣੀ ਟੈਨਿਓਰ 'ਚ ਕੀਤੀ, ਉਹ ਕੋਈ ਵੀ ਮਿਸਾਲ ਪੂਰੇ ਪੰਜਾਬ ਦੇ ਵਿੱਚ ਦੁਬਾਰਾ ਪੈਦਾ ਨਹੀਂ ਕਰ ਪਾਇਆ। ਔਰ ਉਸੇ ਡਿਵੈਲਪਮੈਂਟ ਨੂੰ ਲੈ ਕੇ ਔਰ ਉਹ ਹਾਰਨ ਤੋਂ ਬਾਅਦ ਵੀ ਜੋਸ਼ੀ ਜੀ ਨੇ ਆਪਣੀ ਕੌਂਸਟੀਟੂਐਂਸੀ 'ਚ ਸੁੱਖ ਦੁੱਖ ਲੋਕਾਂ ਨਾਲ ਮਿਲਣਾ ਨਹੀਂ ਛੱਡਿਆ। ਨਹੀਂ ਤਾਂ ਅਕਸਰ ਰਾਜਨੀਤੀ 'ਚ ਇਹ ਹੁੰਦਾ ਕਿ ਕੋਈ ਬੰਦਾ ਇਲੈਕਸ਼ਨ ਲੂਜ਼ ਕਰ ਦਿੰਦਾ ਅਤੇ ਉਸ ਤੋਂ ਬਾਅਦ ਉਸ ਕੌਂਸਟੀਟੂਐਂਸੀ 'ਚ ਵੇਖਦਾ ਨਹੀਂ। ਲੇਕਿਨ ਪਿਛਲੇ 5 ਸਾਲ ਵੀ ਇਲੈਕਸ਼ਨ ਲੂਜ਼ ਕਰਨ ਤੋਂ ਬਾਅਦ ਵੀ ਉਹ ਸੁੱਖ ਦੁੱਖ 'ਚ ਲੋਕਾਂ ਦੇ ਵਿੱਚ ਰਹੇ ਨੇ। ਉਹ ਜਨਤਾ ਦੇ ਲੀਡਰ ਨੇ, ਜ਼ਮੀਨ ਨਾਲ ਜੁੜੇ ਲੀਡਰ ਆ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਪਿਛਲੀ ਵਾਰ ਨਾਲੋਂ ਡਬਲ ਮਾਰਜਨ ਤੇ ਇਲੈਕਸ਼ਨ ਜਿੱਤਣਗੇ। ਲੇਕਿਨ ਐਰੀ ਜੀ, ਗੱਲ ਤੁਸੀਂ ਵਿਕਾਸ ਪੁਰਸ਼ ਦੀ ਗੱਲ ਕਰੀਏ ਤੇ ਨਾਰਥ ਹਲਕਾ ਕਿਹੋ ਜਿਹਾ ਜਿੱਥੇ ਵਿਕਾਸ ਪੁਰਸ਼ ਨੂੰ ਲੈ ਕੇ ਲੜਾਈ ਹੈ। ਜੇਕਰ ਗੱਲ ਕਰੀਏ ਤੇ ਸੁਨੀਲ ਦੱਤੀ ਨਹੀਂ ਕਹਿੰਦੇ ਕਿ ਵਿਕਾਸ ਮੈਂ ਕਰਾਇਆ ਤੇ ਅਨਿਲ ਜੋਸ਼ੀ ਕਹਿੰਦੇ ਵਿਕਾਸ ਮੈਂ ਕਰਾਇਆ। ਗੱਲ ਮੁੱਦੇ ਦੀ ਹੈਗੀ ਤੇ ਜੇ ਲੋਕਾਂ ਦੇ ਵਿੱਚ ਵੋਟ ਮੰਗਣ ਦੀ ਗੱਲ ਆਉਂਦੀ ਤੇ ਵਿਕਾਸ ਦੇ ਨਾਤੇ ਆਖਰ ਵਿਕਾਸ ਦੀ ਗੱਲ ਉੱਤਰੀ ਹਲਕੇ 'ਚ ਇਸ ਕਰਕੇ ਹੁੰਦੀ ਹੈ ਕਿ ਜਿਹੜੇ 10 ਸਾਲ ਦੇ ਆਪਣੇ ਟੈਨਿਓਰ ਦੇ ਵਿੱਚ ਵਿਕਾਸ ਕੀਤਾ, ਉਹ 'ਚ ਮੈਂ ਤੁਹਾਨੂੰ ਕੈਲਕੂਲੇਸ਼ਨ ਦੱਸਦਾ ਕਿ ਤੁਸੀਂ ਸਰਕੂਲਰ ਰੋਡ ਦੇਖੋ, ਤੁਸੀਂ ਫਤਿਹਗੜ੍ਹ ਚੂੜੀਆਂ ਰੋਡ ਦੇਖੋ, ਮਜੀਠਾ ਰੋਡ 4 ਲੇਨਿੰਗ ਦੇਖੋ, ਤੁਸੀਂ
ਨਾਲੇ ਵਾਲੀ ਸੜਕ ਦੇਖੋ ਜਿਹੜੀ 88 ਫੁੱਟ ਨੂੰ ਮੁਸਤਾਫਾਬਾਦ ਤੋਂ ਲੈ ਕੇ ਰਣਜੀਤ ਐਵਨਿਊ ਤੱਕ ਜੋੜਦੀ ਹੈ। ਤੁਸੀਂ ਅੰਮ੍ਰਿਤ ਆਨੰਦ ਪਾਰਕ ਵੇਖੋ, ਤੁਸੀਂ ਕੰਪਨੀ ਬਾਗ ਦਾ ਸੁਧਾਰ ਵੇਖੋ, ਤੁਸੀਂ ਲੇਜ਼ਰ ਸ਼ੋਅ ਵੇਖੋ, ਤੁਸੀਂ ਫਾਊਂਟਨ ਮਿਊਜ਼ੀਕਲ ਫਾਊਂਟਨਸ ਦੇਖੋ। 200 ਤੋਂ ਉੱਪਰ ਕੌਂਸਟੀਟੂਐਂਸੀ ਦੇ ਵਿੱਚ ਪਾਰਕ ਸੀਗੇ, ਉਹ ਸਾਰਿਆਂ ਨੂੰ ਮੇਨਟੇਨ ਕਰਨਾ, ਆਪਣਾ ਸਿਵਲ ਲਾਈਨ ਏਰੀਆਜ਼ ਦੀ ਸੜਕਾਂ ਨੂੰ, ਬਸੰਤ ਐਵਨਿਊ ਦੀ ਸੜਕਾਂ ਨੂੰ ਚੌੜੇ ਕਰਨਾ, ਰੇਸ ਕੋਰਸ ਰੋਡ ਨੂੰ ਚੌੜੇ ਕਰਨਾ, ਇਹ ਸਾਰਾ ਉਸ ਡਿਵੈਲਪਮੈਂਟ ਦਾ ਪਾਰਟ ਰਿਹਾ ਜਿਹੜਾ ਅਨਿਲ ਜੋਸ਼ੀ ਨੇ ਕੀਤਾ। ਔਰ ਇਸੇ ਕਰਕੇ ਹੀ ਜਦੋਂ ਵੀ ਉੱਤਰੀ ਵਿਧਾਨ ਸਭਾ 'ਚ ਇਲੈਕਸ਼ਨ ਦੀ ਗੱਲ ਹੁੰਦੀ ਹੈ, ਸਭ ਤੋਂ ਪਹਿਲਾਂ ਉਹਨੂੰ ਵਿਕਾਸ ਨਾਲ ਤੋਲਿਆ ਜਾਂਦਾ, ਕਿਉਂਕਿ ਪੂਰੇ ਪੰਜਾਬ 'ਚ ਜਿੰਨਾ ਵਿਕਾਸ ਨਹੀਂ ਹੋਇਆ ਨਾ ਅਨਿਲ ਜੋਸ਼ੀ ਨੇ ਆਪਣੇ ਟੈਨਿਓਰ 'ਚ ਕੀਤਾ। ਔਰ ਉਹਦੇ ਨਾਲ ਸੁਨੀਲ ਦੱਤੀ ਉਹਨੇ ਫਿਰ ਕਿਹੜੇ ਵਿਕਾਸ ਦੀ ਗੱਲ ਕਰਦੇ? ਤੁਸੀਂ ਵਿਕਾਸ ਦਾ ਬੇਸ ਤੇ ਇੱਕ ਦੱਸਦਾ, ਸੜਕਾਂ ਤੋਂ ਲੈ ਕੇ ਫਾਊਂਟਨ ਪਾਰਕ ਤੋਂ ਲੈ ਕੇ ਸੀਵਰੇਜ ਤੋਂ ਲੈ ਕੇ, ਫਿਰ ਸੁਨੀਲ ਦੱਤੀ ਵੀ ਇਹੀ ਗੱਲ ਕਰਦੇ। ਫਿਰ ਵਿਕਾਸ ਕਿਹੜਾ ਕਿੰਨੇ ਕਰਾਇਆ? ਵਿਕਾਸ ਦੀ ਗੱਲ ਕਿਉਂ ਹੁੰਦੀ ਬਾਰ-ਬਾਰ? ਮੈਂ ਤੇ ਇਹ ਸਮਝਦਾ ਜੀ ਕਿ ਉਹਨਾਂ ਨੇ ਜੋਸ਼ੀ ਜੀ ਦੇ ਵਿਕਾਸ ਜਿਹੜਾ ਕੀਤਾ ਸੀਗਾ ਉਹਨੂੰ ਮੇਨਟੇਨ ਵੀ ਨਹੀਂ ਕਰ ਪਾਏ। ਅੱਜ ਸਰ 5 ਸਾਲ ਪਹਿਲਾਂ ਬਸੰਤ ਐਵਨਿਊ ਦੇ ਵਿੱਚ ਖਾਲੀ ਪੋਲ ਛੱਡੇ ਸੀਗੇ, ਉਦੋਂ ਚੋਣ ਜਾਬਤਾ ਪਿਛਲੀ ਵਾਰੀ 2017 'ਚ ਲੱਗਣ ਕਰਕੇ ਮੈਂ ਬਸੰਤ ਐਵਨਿਊ ਮੇਨ ਰੋਡ ਤੇ ਲਾਈਟਸ ਨਹੀਂ ਲਾ ਪਾਇਆ ਸੀਗਾ। ਅੱਜ 5 ਸਾਲ ਹੋ ਗਏ ਉਹ ਲਾਈਟਸ ਉੱਥੇ ਦੀਆਂ ਉੱਥੇ ਖਾਲੀ ਪੋਲ ਖੜੇ ਨੇ। ਅੱਜ ਸ਼ਾਸਤਰੀ ਨਗਰ 'ਚ ਚੱਲ ਜਾਓ, ਜਿਹੜੇ ਟਰਾਂਸਫਾਰਮਰਸ ਲਾਏ ਸੀ ਉਹਨਾਂ ਦਾ ਕਨੈਕਸ਼ਨ ਨਹੀਂ ਦੇ ਪਾਏ ਸੀ ਉਦੋਂ, ਉਹ ਅੱਜ 5 ਸਾਲ ਬਾਅਦ ਵੀ ਸ਼ਾਸਤਰੀ ਨਗਰ ਤੁਸੀਂ ਪੁਲਿਸ DAV ਸਕੂਲ ਦੇ ਕੋਲ ਚਲੇ ਜਾਓ, ਅੱਜ ਵੀ ਉਹ ਟਰਾਂਸਫਾਰਮਰਸ ਦੇ ਕਨੈਕਸ਼ਨ ਨਹੀਂ ਕਰਵਾ ਪਾਏ। ਇਸ ਕਰਕੇ ਵਿਕਾਸ, ਮੈਂ ਤੇ ਇਹ ਸਮਝਦਾ ਵਿਕਾਸ ਕਰਨਾ ਤੇ ਬਹੁਤ ਦੂਰ ਦੀ ਗੱਲ ਹੈ। ਜਿਹੜਾ ਵਿਕਾਸ ਅਨਿਲ ਜੋਸ਼ੀ ਨੇ ਕੀਤਾ ਸੀ ਉਹਨੂੰ ਜੇ ਮੇਨਟੇਨ ਹੀ ਕਰ ਲੈਂਦੇ ਤਾਂ ਮੈਂ ਕਹਿੰਦਾ ਕਿ ਸੁਨੀਲ ਦੱਤੀ ਜੀ ਨੇ ਕੋਈ ਕੰਮ ਕੀਤਾ। ਲੇਕਿਨ ਇਹ ਪਿਛਲੇ 5 ਸਾਲ ਇਹ ਫੈਸਲਾ ਵੀ ਜਨਤਾ ਕਰੇਗੀ ਕਿ ਵਿਕਾਸ ਪਿਛਲੇ 10 ਸਾਲ 'ਚ ਹੋਇਆ ਕਿ ਹੁਣ 5 ਸਾਲ 'ਚ ਹੋਇਆ। ਇਹ ਜਨਤਾ ਦੀ, ਹੁਣ ਅਸੀਂ ਕਚਹਿਰੀ 'ਚ ਸਾਰੇ ਅਸੀਂ ਜਨਤਾ ਡਿਸਾਈਡ ਕਰੇਗੀ ਕਿ ਕਿੰਨੇ ਵਿਕਾਸ। ਪਰ ਜਨਤਾ ਦੀ ਕਚਹਿਰੀ ਦੇ ਵਿੱਚ ਉਹਨਾਂ ਦੇ ਬੇਟੇ ਸੁਨੀਲ ਦੱਤੀ ਦੇ ਆਦਿੱਤਿਆ ਦੱਤੀ ਕਹਿੰਦੇ ਕਿ ਜਿਹੜੇ ਅਨਿਲ ਜੋਸ਼ੀ ਉਹ ਚੌਥੇ ਨੰਬਰ ਦੇ ਆ, ਉਹਨਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਹੈ। ਹਾਂ, ਸੁਨੀਲ ਦੱਤੀ ਜੀ ਨੂੰ ਹਰਾਉਣ 'ਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਊਗਾ। ਆਦਿੱਤਿਆ ਦੱਤੀ ਜੀ ਨਾਲ ਮੈਂ ਵੀ ਪਬਲਿਕ ਦੇ ਵਿੱਚ ਰਹਿਣਾ, ਮੈਂ ਵੀ ਸਾਰੇ ਬਿਊਰੋਕ੍ਰੇਸੀ 'ਚ ਰਹਿਣਾ, ਮੈਂ ਸਾਰੇ ਆਫੀਸਰਸ ਨਾਲ ਸਾਡੀ ਗੱਲ ਹੁੰਦੀ ਹੈ। ਉਹਨਾਂ ਨੂੰ ਹਰਾਉਣ ਦੇ ਵਿੱਚ ਉਹਨਾਂ ਦੇ ਬੇਟੇ ਆਦਿੱਤਿਆ ਦੱਤੀ ਦਾ ਵੱਡਾ ਹੱਥ ਹੋਏਗਾ। ਇਸ ਵੇਲੇ ਕੀ ਕਾਰਨ ਹੈ ਉਹਨਾਂ ਦੇ ਬੇਟੇ ਦਾ? ਚਲੋ ਛੱਡੀਏ, ਅਸੀਂ ਇਸ ਡਿਟੇਲ 'ਚ ਕੀ ਪੈਣਾ ਜੀ, ਇਹ ਜਨਤਾ ਤੈਅ ਕਰੂਗੀ, ਸਾਰੇ ਕਾਰਨ ਤੈਅ ਕਰਨਗੇ। ਮੈਂ ਕਿਸੇ ਬਾਰੇ ਕਿਉਂ ਗਲਤ ਮੈਂ ਬੋਲਣਾ ਨਹੀਂ। ਵਿਕਾਸ ਦੇ ਮੁੱਦੇ ਤੋਂ ਬਾਅਦ 2 ਮੁੱਦੇ ਹੋਰ ਬੜੇ ਅਹਿਮ ਹੈਗੇ ਜਿੱਤੇ ਜਦ ਪੋਲੀਟੀਕਲ ਪਾਰਟੀਆਂ ਨਾ ਫੋਕਸ ਨਹੀਂ ਕਰਦੀ, ਨਸ਼ਾ ਤੇ ਕ੍ਰਾਈਮ। ਉਹ ਵੀ ਦੇਖਿਆ ਜਾਵੇ ਤੇ ਸਿਵਲ ਲਾਈਨ ਏਰੀਆ ਦੇ ਵਿੱਚ ਬਹੁਤ ਵਧਿਆ ਹੈ। ਔਰ ਜੇਕਰ ਗੱਲ ਕਰੀਏ ਤੇ ਕ੍ਰਾਈਮ ਜਿਹੜਾ ਗਾ ਉਹ ਸਿਵਲ ਲਾਈਨ ਏਰੀਆ ਦੇ ਵਿੱਚ, ਪੂਰੇ ਅੰਮ੍ਰਿਤਸਰ ਦੀ ਗੱਲ ਕਰਾਂ ਤੇ ਸਿਵਲ ਲਾਈਨ ਏਰੀਆ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲਦਾ। ਕੀ ਕਾਰਨ ਹੈ? ਹੁਣ ਤੁਸੀਂ ਆਪ ਹੀ ਕ੍ਰਾਈਮ ਦੀ ਗੱਲ ਕਰ ਰਹੇ ਹੋ, ਤੁਸੀਂ ਦੱਸੋ ਕੌਣ ਜ਼ਿੰਮੇਵਾਰ ਹੈ? ਪਿਛਲੇ 5 ਸਾਲ ਕ੍ਰਾਈਮ ਰੇਟ ਜਿਹੜਾ ਨਹੀਂ ਘਟਿਆ। ਕ੍ਰਾਈਮ ਅੱਜ ਸਾਡੇ ਘਰ 'ਚੋਂ ਲੇਡੀਜ਼ ਵੀ ਬਾਹਰ ਜਾਣ ਤੋਂ ਡਰਦੀਆਂ। ਇਹ ਅੱਤਵਾਦ ਵਾਲਾ ਹਾਲ ਹੋ ਗਿਆ ਕਿ ਸ਼ਾਮੀ 7 ਵਜੇ ਤੋਂ ਬਾਅਦ ਲੇਡੀਜ਼ ਨੇ ਬਾਹਰ ਨਹੀਂ ਜਾਣਾ ਜੀ। ਕੋਈ ਪਤਾ ਨਹੀਂ ਕਿੱਥੇ ਸਨੈਚ ਹੋ ਜਾਣਾ, ਕਿੱਥੇ ਕੀ ਹੋ ਜਾਣਾ, ਕਿੱਥੇ ਸੱਟ ਲੱਗ ਜਾਣੀ ਹੈ। ਇੱਥੇ ਆਪਣਾ ਹੁਣ 88 ਫੁੱਟ ਰੋਡ ਤੇ 30 35 ਰੁਪਏ ਜੇਬ 'ਚ ਵਿਚਾਰੇ ਲੇਬਰਰ, ਆਪਣਾ ਉੱਤਰਾਖੰਡੀ ਸਾਡਾ ਆਪਣਾ ਵਰਕਰ ਸੀਗਾ, 30-35 ਰੁਪਏ ਉਹਦੀ ਜੇਬ 'ਚ ਉਹ ਖੋਹਣ ਕਾਤਰ ਉਹਦਾ ਕਤਲ ਹੋ ਜੇ। ਕਿੱਥੇ ਲਾਅ ਐਂਡ ਆਰਡਰ? ਰੋਜ਼ ਗੋਲੀ ਚੱਲਦੀ ਹੈ। ਰਣਜੀਤ ਐਵਨਿਊ ਸੁਣੀਦਾ, ਕਦੀ ਕਿਸ ਮਾਰਕੀਟ 'ਚ ਗੋਲੀ ਚੱਲਦੀ। ਲੇਡੀਜ਼ ਘਰੋਂ ਨਿਕਲ ਜਾਣ, ਪਰਸ ਸਨੈਚ ਹੁੰਦੇ, ਮੋਬਾਈਲ ਸਨੈਚ ਹੁੰਦੇ, ਚੇਨ ਸਨੈਚ ਹੁੰਦੀਆਂ। ਕੋਈ ਅੱਧੇ ਹਾਲੇ ਤੇ ਆਪਣਾ ਭਾਜੀ ਮੈਂ ਇਹ ਸਮਝਦਾ ਕਿ ਮੋਰ ਦੈਨ 90% ਕੰਪਲੇਂਟਸ ਤੇ ਲੋਕ ਲਿਖਾਉਂਦੇ ਹੀ ਨਹੀਂ ਪੁਲਿਸ ਨੂੰ, ਸਿਰਫ 10% ਔਨ ਰਿਕਾਰਡ ਹੈਗੀਆਂ, ਅਦਰਵਾਈਜ਼ ਲੋਕ ਲਿਖਾਉਂਦੇ ਨਹੀਂ। ਔਰ ਇਹਦੇ ਲਈ ਸਾਰੀ ਜ਼ਿੰਮੇਵਾਰੀ ਕਾਂਗਰਸ ਸਰਕਾਰ ਦੀ ਬਣਦੀ ਹੈ। ਮੌਜੂਦਾ MLA ਜਿਹੜੇ ਆ ਉਹ ਨਹੀਂ ਕਰ ਪਾਏ ਤੇ ਕਿਹਦੀ ਜ਼ਿੰਮੇਵਾਰੀ? ਜੋ 5 ਸਾਲ ਜਿਹੜੇ ਰਹੇ। ਕਹਿੰਦੇ ਕੰਪਲੇਂਟ ਲਿਖਾਉਂਦੇ ਨਹੀਂ, ਇਹ ਕਾਰਨ ਕੀ ਹੈ? ਕਿਉਂ ਨਹੀਂ ਕੰਪਲੇਂਟ ਲਿਖਾਉਣ ਜਾਂਦੇ? ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਜੀ। ਕੰਪਲੇਂਟ ਲਿਖਾ ਕੇ ਵੀ ਕੀ ਹਾਸਲ ਹੁੰਦਾ ਲੋਕਾਂ ਨੂੰ? ਕੰਪਲੇਂਟ ਲਿਖਾਉਣ ਤੋਂ ਬਾਅਦ ਵੀ ਹਰਾਸਮੈਂਟ ਹੀ ਹੈ ਨਾ, ਥਾਣੇ ਕਚਹਿਰੀਆਂ ਦੀ ਵੀ ਹਰਾਸਮੈਂਟ ਹੈ, ਕੁਝ ਹਾਸਲ ਤੇ ਹੁੰਦਾ ਨਹੀਂ। ਇਸ ਕਰਕੇ ਲੋਕ ਹੁਣ ਛੋਟਾ-ਮੋਟਾ ਕ੍ਰਾਈਮ ਬਚਾਅ ਕਰਨਾ ਸ਼ੁਰੂ ਕਰਤਾ। ਮੈਂ ਜਿਹੜੇ ਤੁਹਾਨੂੰ ਵਰਡ ਕਹਿਆ ਕਿ ਇਹ ਜਿਸ ਤਰ੍ਹਾਂ ਅੱਤਵਾਦ 'ਚ ਹੁੰਦਾ ਸੀ ਨਾ ਕਿ ਰਾਤ ਪੈਣ ਤੋਂ ਪਹਿਲਾਂ ਘਰ ਅੰਦਰ ਵੜ ਜਾਓ, ਉਹ ਹਾਲ ਅੱਜ ਦੇ ਡੇਟ 'ਚ ਸ਼ਹਿਰਾਂ ਦਾ ਹੋ ਚੁੱਕਾ। ਦੇਖੋ 4.5 ਸਾਲ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ, ਔਰ ਇਹੋ ਹੀ ਜਿਹੜੇ ਕਾਂਗਰਸੀ ਸੀਗੇ ਪਹਿਲਾਂ ਉਹਨਾਂ ਦੇ ਬਹੁਤ ਗੁਣਗਾਨ ਕਰਦੇ ਸੀ। ਇਹੋ ਹੀ ਕਾਂਗਰਸੀ ਉੱਥੇ ਜਾ ਕੇ ਤੇ ਫਾਰਮ ਹਾਊਸ ਡਿਨਰ ਲੰਚ ਪਾਰਟੀਆਂ ਕਰਦੇ ਸੀਗੇ। ਉਦੋਂ ਤੇ ਕੈਪਟਨ ਸਾਹਿਬ ਨੇ ਕਿਸੇ ਵੱਲ ਧਿਆਨ ਨਹੀਂ ਕੀਤਾ। ਤੇ ਇਹ ਜਿਹੜੇ ਇੱਥੇ ਡਫਲੀ ਉਹ ਵਜਾਉਂਦੇ ਸੀ, ਮਹਾਰਾਜਾ ਸਾਹਿਬ ਨੇ ਆਹ ਕਰਤਾ, ਮਹਾਰਾਜਾ ਸਾਹਿਬ ਨੇ ਉਹ ਕਰਤਾ। ਹੁਣ 4.5 ਸਾਲ ਬਾਅਦ ਉਹਨਾਂ ਨੂੰ ਤੇ ਜਿੱਥੇ ਲਾਇਆ, ਪਰ ਇਹਨਾਂ ਦੇ ਪਾਪ ਧੁੱਲ ਨਹੀਂ ਗਏ। ਉਹੀ ਕੈਬਨਿਟ ਨਾਲ ਸੀ, ਉਹੀ ਫੈਸਲੇ ਲੈਂਦੇ ਸੀ, ਉਹੀ MLAs ਫੈਸਲੇ ਲੈਂਦੇ ਸੀ। ਆਪਣੇ ਸਵਾਰਥ ਕਰਕੇ ਸਾਰੇ ਅਲੱਗ ਹੋ ਗਏ, ਉਹਨਾਂ ਨੂੰ ਅਲੱਗ ਕਰਤਾ। ਚਲੋ ਉਹ ਉਹਨਾਂ ਦਾ ਮੈਟਰ ਹੈ। ਲੇਕਿਨ ਇਹ ਫੇਲੀਅਰ ਕੁੱਲ ਮਿਲਾ ਕੇ, ਮੈਂ ਚੰਨੀ ਕੈਪਟਨ ਇਹ ਨਹੀਂ ਕਹਿੰਦਾ, ਪਰ ਇਹ ਫੇਲੀਅਰ ਜਿਹੜਾ ਹੈ ਕਾਂਗਰਸ ਸਰਕਾਰ ਦਾ ਫੇਲੀਅਰ ਰਿਹਾ। ਕਾਂਗਰਸ ਦੇ ਇਹੋ ਹੀ ਮੰਤਰੀ ਸੀ, ਅੱਜ ਵੀ 90% 95% ਉਹੀ ਮੰਤਰੀ ਨੇ ਜੋ ਕੈਪਟਨ ਸਾਹਿਬ ਨਾਲ ਮੰਤਰੀ ਸੀ। ਤੇ ਜ਼ਿੰਮੇਵਾਰੀ ਉਹਨਾਂ ਦੀ ਕਿਉਂ ਨਹੀਂ ਤੈਅ ਹੁੰਦੀ? ਮੈਂ ਆਪਣੀ ਵਾਰਡ ਦਾ ਇੱਥੇ ਇੱਕ ਕਾਉਂਸਲਰ ਹਾਂ। ਇਸ ਵਾਰਡ ਦੀ ਡਿਵੈਲਪਮੈਂਟ ਹੋਣੀ ਨਹੀਂ ਹੋਣੀ, ਲੋਕਾਂ ਨਾਲ ਮੇਲ ਮਿਲਾਪ ਘੱਟ ਹੈ ਵੱਧ, ਉਹਦਾ ਜ਼ਿੰਮੇਦਾਰ ਅਮਨ ਹੈਰੀ ਹੈ। ਤੇ ਉਸ ਤਰ੍ਹਾਂ ਹੀ MLAs ਵੀ ਨੇ। ਇਹ ਸਭ ਕੁਝ ਹੋਣ ਤੇ ਆਪਣੀ
ਚੋਰੀ ਲੁਕਾਉਣ ਲਈ ਸਭ ਕੁਝ ਕੈਪਟਨ ਤੇ ਪਾ ਕੇ ਰੌਲਾ ਪਾਈ ਜਾਂਦਾ। ਬਿਲਕੁਲ ਨਸ਼ਿਆਂ ਦੀ ਗੱਲ ਕਰਾਂ ਤੇ ਆਮ ਤੌਰ ਤੇ ਰਣਜੀਤ ਐਵਨੀ ਸੜਕਾਂ ਦੇ ਵਿੱਚ ਦੇਖਿਆ ਜਾਂਦਾ ਹੈ, ਰਾਤ ਨੂੰ 8 ਵਜੇ ਤੋਂ ਬਾਅਦ ਵੀ ਚੱਲ ਜਾਈਏ ਤੇ ਸੜਕਾਂ ਦੇ ਵਿੱਚ ਨਸ਼ੇ ਦਾ ਬੋਲਬਾਲਾ ਹੈ। ਜੇਕਰ ਉੱਥੇ ਤੁਸੀਂ ਗੱਲ ਕੀਤੀ ਲੇਡੀਜ਼ ਦੀ, ਉੱਥੇ ਅਗਰ ਪਰਿਵਾਰ ਕਈ ਪਾਰਟਿਕੂਲਰ ਇਹੋ ਜਿਹੀ ਜਗ੍ਹਾ ਹੈਗੀ ਜਿੱਥੇ ਪਰਿਵਾਰ ਵੀ ਜਾਣ ਤੇ ਡਰਦੇ, ਕਿਉਂ? ਮੈਂ ਤੁਹਾਨੂੰ ਦੱਸਿਆ ਜੀ ਕਿ ਹਰ ਜਗ੍ਹਾ ਤੁਸੀਂ ਇਕੱਲੇ ਰਣਜੀਤ ਐਵਨਿਊ ਦੇ ਨਾਲ ਗੱਲ ਕਰੋ, ਓਵਰਆਲ ਅੰਮ੍ਰਿਤਸਰ ਦੇ ਵਿੱਚ ਚਾਹੇ ਸਲਮਜ਼ ਹੋਣ, ਚਾਹੇ ਸਿਵਲ ਲਾਈਨ ਏਰੀਆ ਹੋਵੇ, ਕੋਈ ਏਰੀਆ ਹੋਵੇ, ਸ਼ਹਿਰ ਦਾ ਅੰਦਰੂਨ ਹਿੱਸਾ ਹੋਵੇ, ਨਸ਼ੇ ਕਰਕੇ ਇੰਨੀ ਜਿਹੜੀ ਸਨੈਚਿੰਗਸ ਹੈ ਇਹ ਵੀ ਉਹਦਾ ਵੀ ਇੱਕ ਮੇਨ ਕਾਰਨ ਨਸ਼ਾ ਆ। ਔਰ ਇਹ ਸਰਕਾਰ ਬਹੁਤ ਰੌਲਾ ਪਾ ਕੇ, ਔਰ ਮੈਂ ਪਿਛਲੀ ਵਾਰੀ ਵੀ ਵੇਖਿਆ ਸੀਗਾ ਕਿ ਕੇਜਰੀਵਾਲ ਸਾਹਿਬ ਵੀ ਬੜਾ ਰੌਲਾ ਕਿ ਪੰਜਾਬ 'ਚ ਆਹ ਕਰ ਦੇਣਾ, ਉਹ ਕਰ ਦੇਣਾ, ਬਾਅਦ 'ਚ ਆਣ ਕੇ ਉੱਥੇ ਕੋਰਟ 'ਚ ਮਾਫੀ ਮੰਗ ਕੇ ਗਏ। ਤੋ ਇਹ ਇੱਕ ਜਿਹੜਾ ਸਰਕਾਰਾਂ ਦਾ ਫੇਲੀਅਰ ਆ ਕਿ ਨਸ਼ੇ 'ਤੇ ਕੰਟਰੋਲ ਨਹੀਂ ਹੁੰਦਾ, ਇਹ ਪਿਛਲੇ 5 ਸਾਲ 'ਚ ਬਜਾਏ ਘਟਣ ਦੇ ਇਹ ਹੋਰ ਜ਼ਿਆਦਾ ਸਪੀਡ ਨਾਲ ਵਧਿਆ। ਅੱਜ ਮੈਂ ਕਿਉਂਕਿ ਆਬਾਦੀ ਨੂੰ ਮੈਂ ਵੀ ਰਿਪਰੈਜ਼ੈਂਟ ਕਰਦਾ, ਆਬਾਦੀਆਂ ਦੇ ਵਿੱਚ ਮੈਂ ਜਾ ਕੇ ਦੇਖਦਾ ਛੋਟੇ ਛੋਟੇ ਲੜਕੇ ਜਿਹੜੇ ਆ ਉਹ ਵੀ ਨਸ਼ੇ ਦੀ ਦਲਦਲ 'ਚ ਜਾ ਚੁੱਕੇ ਆ। ਇੰਨੀਆਂ ਜ਼ਿਆਦਾ ਨਸ਼ੇ ਕਰਕੇ ਬਿਮਾਰੀਆਂ ਹੁੰਦੀਆਂ, ਡਾਇਗਨੋਜ਼ ਨਹੀਂ ਹੁੰਦੀਆਂ, ਡਾਕਟਰਸ ਤੱਕ ਜਾਂਦੇ ਨਹੀਂ ਆ। ਨਕਲੀ ਸ਼ਰਾਬ ਪੀ ਕੇ ਲੋਕੀ ਯੰਗਸਟਰਸ ਡੈਥ ਹੋ ਰਹੀਆਂ, ਕੋਈ ਕੇਅਰ ਟੇਕ ਕਰਨ ਵਾਲਾ ਨਹੀਂ ਹੈ। ਤੁਸੀਂ ਹੋਰ ਤਾਂ ਸਾਰੀਆਂ ਹੀ ਗੱਲਾਂ ਛੱਡੋ ਕਿ ਇਹ ਅੰਮ੍ਰਿਤਸਰ ਤਰਨਤਾਰਨ ਦੇ ਵਿੱਚ ਕਰੀਬ 130 ਬੰਦੇ ਮਰ ਗਏ ਜ਼ਹਿਰੀਲੀ ਸ਼ਰਾਬ ਪੀਣ ਨਾਲ, ਔਰ ਨਾਮ ਕਿਹਨਾਂ ਦਾ? ਇਹ ਕੰਸਰਨਡ MLAs ਦੀਆਂ ਡਿਸਟਿਲਰੀਜ਼ ਫੜੀਆਂ ਗਈਆਂ। ਕੀ ਕਾਰਵਾਈ ਹੋਈ? 5 ਸਾਲ ਨਿਕਲ ਗਏ, 3 ਸਾਲ ਨਿਕਲ ਗਏ, ਉਸ ਤੋਂ ਬਾਅਦ ਕੀ ਕਾਰਵਾਈ ਹੋਈ? ਬਸ ਜਨਤਾ ਨੂੰ ਇਹ ਦਿੱਤਾ 2 ਲੱਖ ਰੁਪਏ ਦੇ ਦਿਆਂਗੇ, 3 ਲੱਖ ਰੁਪਏ ਦੇ ਦਿਆਂਗੇ, ਆਹ ਕਰਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਤਾਂ ਇਹੀ ਗੱਲ ਕਰਦੇ, ਲਾਅ ਐਂਡ ਆਰਡਰ ਤੇ ਨਸ਼ੇ ਨੂੰ ਖਤਮ ਕਰਨ ਦੀ ਗੱਲ ਕਰਦੇ ਆ। ਆਮ ਆਦਮੀ ਪਾਰਟੀ ਦੀ ਗੱਲ ਕਰਦੇ, ਇਸੇ ਮੁੱਦੇ ਦੇ ਵਿੱਚ ਨਾਰਥ ਦੇ ਵਿੱਚ ਇਲੈਕਸ਼ਨ ਲੜਦੇ ਪਏ ਆ। ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਪਹਿਲਾਂ ਇਹਦਾ ਤਾਂ ਜਵਾਬ ਦੇ ਦੇਣ ਕਿ ਕੇਜਰੀਵਾਲ ਜੀ ਨੇ ਇੰਨਾ ਝੰਡਾ ਚੁੱਕਿਆ ਸੀ ਆਣ ਕੇ ਕੋਰਟ ਦੇ ਵਿੱਚ, ਫਿਰ ਮਾਫੀ ਕਿਉਂ ਮੰਗੇ ਨਸ਼ੇ ਦੇ ਮੁੱਦੇ ਤੇ? ਮਜੀਠੀਆ ਜੀ ਨੂੰ ਕੋਰਟ 'ਚ ਮਾਨਹਾਨੀ ਦਾ ਦਾਅਵਾ ਕਰਕੇ ਲੈ ਕੇ ਗਏ ਸੀ, ਉੱਥੇ ਕੋਰਟ ਦੇ ਵਿੱਚ ਕੇਸ ਚੱਲਦਾ ਸੀ, ਫਿਰ ਮਾਫੀ ਕਿਉਂ ਮੰਗੇ ਆਣ ਕੇ? ਉਹਨਾਂ ਦੇ CM ਜੇ ਇੰਨੀ ਵਿਚਾਰਧਾਰਾ ਨਸ਼ੇ ਦੇ ਖਿਲਾਫ, ਕਿਉਂ CM ਮਾਫੀ ਮੰਗੇ ਉਹਨਾਂ ਦੇ? ਸਰ ਸਭ ਕੁਝ ਸਿਰਫ ਪੋਲਿਟਿਕਸ ਹੈਗੀ ਹੈ। ਇਲੈਕਸ਼ਨ 'ਚ ਮੈਂ ਕਿਸ ਤਰ੍ਹਾਂ ਕੰਟੈਸਟ ਕਰਨਾ, ਜਨਤਾ ਨੂੰ ਮੈਂ ਕਿਸ ਤਰ੍ਹਾਂ ਮੋਰ ਗੱਲ ਕਰਦੇ ਕਿ ਜਿਹੜੀ ਸਿਰਫ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ, ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਹਰਾਉਣ ਲਈ ਸਾਰੀ ਪਾਰਟੀਆਂ, ਕਿਉਂਕਿ ਅਗਰ ਪਤਾ ਕਿ ਆਮ ਆਦਮੀ ਪਾਰਟੀ ਅਗਰ ਪੰਜਾਬ 'ਚ ਆਉਂਦੀ ਹੈ ਜਾਂ ਕਿਤੇ ਵੀ MLA ਬਣਦੇ ਆ ਤਾਂ ਇਹਨਾਂ 'ਚ ਜਿਹੜੀ ਦੁਕਾਨਦਾਰੀ ਹੈਗੀ, ਜਿਹੜੀ ਲੀਡਰਾਂ ਦੀ ਜਿਹੜੀ ਨਸ਼ੇ ਤੇ ਕ੍ਰਾਈਮ ਦੇ ਵਿੱਚ, ਕਾਰੋਬਾਰੀ ਦੇ ਵਿੱਚ ਜਿਹੜੇ ਇਨਵੋਲਵ ਹੈਗੀ, ਉਹ ਖਤਮ ਹੋਏਗੀ। ਇਸ ਕਰਕੇ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ, ਉਹਦੇ ਕੈਂਡੀਡੇਟ ਨੂੰ ਹਰਾਉਣ ਲਈ ਸਾਰੀ ਪਾਰਟੀਆਂ ਦੇ ਅੰਦਰ ਇੱਕ ਗੱਠਜੋੜ ਦੇ ਤਹਿਤ ਕੰਮ ਕਰਦੀਆਂ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ। ਗੱਠਜੋੜ ਦੇ ਤਹਿਤ ਨਹੀਂ, ਬਟ ਸਾਰੀਆਂ ਪਾਰਟੀਆਂ ਇੱਕ ਦੂਸਰੇ ਨੂੰ ਹਰਾਉਣ ਲਈ ਇਲੈਕਸ਼ਨ 'ਚ ਕੰਮ ਕਰਦੀਆਂ। ਲੇਕਿਨ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੇ 20 MLA ਪਿਛਲੀ ਵਾਰੀ ਬਣੇ ਸੀ। ਕੁੰਵਰ ਸਾਹਿਬ ਕੋਲ ਜਵਾਬ ਮੰਗੋ ਕਿ ਕਿਉਂ 11 MLA ਉਹਨਾਂ ਨੂੰ ਛੱਡ ਗਏ, ਕਿਉਂ HS ਫੁਲਕਾ ਵਰਗੇ ਬੰਦੇ ਛੱਡ ਗਏ, ਕਿਉਂ ਗੁਰਪ੍ਰੀਤ ਘੁੱਗੀ ਛੱਡ ਗਿਆ, ਸੁਖਪਾਲ ਖਹਿਰਾ ਛੱਡ ਗਿਆ, ਸੁੱਚਾ ਸਿੰਘ ਛੋਟੇਪੁਰ ਜੀ ਛੱਡ ਗਏ, ਖਾਲਸਾ ਜੀ MP ਸੀਗੇ ਉਹ ਛੱਡ ਗਏ, ਕਿੰਨੇ 11 MLA ਛੱਡ ਗਏ ਜਿਹੜੇ ਇਹਨਾਂ ਦੀ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੂੰ ਛੱਡ ਗਏ। ਉਹ ਤਾਂ 1 ਮੈਨ ਸ਼ੋਅ ਆ। ਕੇਜਰੀਵਾਲ ਜੀ ਨੂੰ ਤਾਂ ਆਪਣੇ ਯੈਸ ਮੈਨ ਚਾਹੀਦੇ ਆ, ਔਰ ਕੁੰਵਰ ਵਿਜੇ ਪ੍ਰਤਾਪ ਯੈਸ ਮੈਨ ਬਣੇ ਹੋਏ ਇਸ ਟਾਈਮ। ਜਿਹੜਾ ਇਹਨਾਂ ਨੇ ਇੱਕ SMS ਫੋਨ ਇੱਕ ਜਿਹੜਾ ਲਾਂਚ ਕੀਤਾ ਹੈ ਕਿ CM ਮੰਗਣ ਲਈ, ਉਹ ਕਿੱਥੋਂ ਤੱਕ ਜਾਇਜ਼ ਹੈ? ਇਹ ਤੇ ਇੱਕ ਨਵਾਂ ਹੀ ਟ੍ਰੈਂਡ ਚਲਾਤਾ ਸ਼ਾਇਦ। ਹੁਣ ਮੈਨੂੰ ਲੱਗਦਾ MLA ਵੀ ਫੋਨ ਤੇ ਮੰਗਣਾ ਸ਼ੁਰੂ ਕਰ ਦੇਣੇ ਕਿ MLA ਤੁਹਾਨੂੰ ਕੌਣ ਚਾਹੀਦਾ ਜਾਂ ਕਿਸ ਤਰ੍ਹਾਂ ਚਾਹੀਦਾ, ਔਰ ਆਪਣੇ ਆਪ ਫੇਕ ਡਾਟਾ। ਮੈਨੂੰ ਲੱਗਦਾ ਕਿ ਉਹਨੂੰ ਵਿਚਾਰਿਆਂ ਨੂੰ ਆਪਣਾ ਇਹਨਾਂ ਕੋਲ ਭਗਵੰਤ ਮਾਨ ਤੋਂ ਇਲਾਵਾ ਹੋਰ ਕੋਈ ਬੰਦਾ ਨਹੀਂ ਹੈਗਾ। ਸਕੂਮਾਂ ਲਾ ਲੂ ਕੇ ਜਨਤਾ ਨੂੰ ਪਾਗਲ ਬਣਾਉਂਦੇ ਆ, ਉਲਝੂ ਕੇ ਜਨਤਾ ਨੂੰ ਬਸ ਇਸ ਤਰ੍ਹਾਂ ਟਾਈਮ ਕੱਢਣ ਦੇ ਆ। ਹੋਰ ਜਾਇਜ਼ ਕੀ ਹੁੰਦਾ ਜੀ? ਕਦੀ ਇਹਦਾ ਡੈਮੋਕ੍ਰੇਸੀ ਦੇ ਵਿੱਚ ਵੋਟ ਸਭ ਤੋਂ ਵੱਡਾ ਅਧਿਕਾਰ ਹੈ ਪਾਰਟੀਜ਼ ਨੂੰ। ਹੁਣ ਪਿਛਲੀ ਵਾਰੀ ਨਹੀਂ ਸੀ CM ਡਿਕਲੇਅਰ ਕੀਤਾ, ਹੁਣ ਇਸ ਵਾਰੀ ਵੀ ਲੜਾਈ ਅੰਦਰੂਨੀ ਪਈ ਹੋਈ ਆ ਕਿ CM ਡਿਸਾਈਡ ਨਹੀਂ ਕਰ ਪਾ ਰਹੇ ਕੌਣ ਹੈਗਾ। ਉਹ ਜਨਤਾ ਨੂੰ ਉਲਝਾਉਣ ਲਈ ਕਦੀ ਅਸੀਂ ਫੋਨ ਨੰਬਰ ਦੇ ਦਿੱਤਾ, ਕਦੀ ਅਸੀਂ ਆਹ ਦੇ ਦਿੱਤਾ, ਉਹ ਕੰਮ ਚੱਲ ਰਿਹਾ। ਮੇਰਾ ਫਿਰ ਹੁਣ ਨਾਰਥ ਹਲਕੇ ਦੇ ਸਵਾਲ ਹੈ, ਗਰੂਰ ਦੀ ਬੜੀ ਗੱਲ ਹੁੰਦੀ ਹੈ। ਜੇਕਰ ਗੱਲ ਕੀਤੀ ਜਾਂਦੀ, ਨਾ ਨਹੀਂ ਲਵਾਂਗਾ, ਇਲੈਕਸ਼ਨ ਅਗਰ ਕੋਈ ਹਰਿਆ ਤੇ ਉਸ 'ਚ ਗਰੂਰ ਦੀ ਬੜੀ ਗੱਲ ਹੋਈ ਹੈ। ਜਿਹੜੀ ਗਰੂਰ ਦੀ ਗੱਲ ਹੁੰਦੀ ਕਿਉਂ ਹੁੰਦੀ ਹੈ? ਮੈਂ ਤੁਹਾਨੂੰ ਜਵਾਬ ਤੇ ਤਾਂ ਹੀ ਦੇ ਪਾਊਂਗਾ ਨਾ ਤੁਸੀਂ ਮੈਨੂੰ ਨਾਮ ਲਓਗੇ ਕਿ ਕਿਹੜੇ ਲੀਡਰ 'ਚ ਗਰੂਰ ਦੀ ਗੱਲ ਹੁੰਦੀ। ਮੈਨੂੰ ਤਾਂ ਪਤਾ ਨਹੀਂ ਕਿਹੜਾ ਲੀਡਰ ਹੈ ਜਿਹਦੇ 'ਚ ਗਰੂਰ ਦੀ ਗੱਲ ਹੁੰਦੀ ਹੈ, ਲੇਕਿਨ ਮੈਂ ਤਾਂ ਆਪਣੀ ਪਾਰਟੀ ਦਾ, ਆਪਣੇ ਕੈਂਡੀਡੇਟ ਦਾ ਹੀ ਇਹ ਪੱਖ ਰੱਖੂੰਗਾ ਹਮੇਸ਼ਾ ਹੀ ਕਿ ਉਸ ਬੰਦੇ ਨੇ ਹਮੇਸ਼ਾ ਜ਼ਮੀਨੀ ਲੈਵਲ ਤੋਂ ਕੰਮ ਕੀਤਾ, ਜ਼ਮੀਨ ਤੋਂ ਉੱਠਿਆ, ਕੋਈ ਪੋਲੀਟੀਕਲ ਬੈਕਗਰਾਊਂਡ ਨਹੀਂ ਸੀ, ਜ਼ਮੀਨ ਤੋਂ ਉੱਠ ਕੇ ਉਹਨਾਂ ਨੇ ਕੰਮ ਕੀਤਾ ਔਰ ਕੰਮ ਕਰਨ ਦੀ ਆਦਤ ਹੈ। ਇਲੈਕਸ਼ਨ ਹਾਰਨ ਤੋਂ ਬਾਅਦ ਵੀ ਪਬਲਿਕ ਦੇ ਕੰਮ ਕਰਨਾ। ਕੋਵਿਡ ਦੇ ਵਿੱਚ ਤੁਸੀਂ ਦੇਖ ਲਓ, ਨਹੀਂ ਤਾਂ ਕੋਈ ਉਹ ਰਿਸਪੌਂਸਿਬਲ ਥੋੜ੍ਹੀ ਸੀ ਕਿ ਜਨਤਾ ਦੀ ਸੇਵਾ ਕਰਨੀ, ਪਰ ਆਪਣੇ ਕੋਲੋਂ ਆਪਣੇ ਸਾਥੀਆਂ ਨੂੰ ਕਹਿ ਕੇ ਸਾਰਿਆਂ ਨੂੰ
ਕਿ ਅਸੀਂ ਸੇਵਾ ਕਰਨੀ ਹੈ ਆਪਣੇ ਕੋਲ ਕਲੈਕਸ਼ਨ ਕਰਕੇ। ਫਿਰ ਜੇ ਉਸ ਤੋਂ ਇਲਾਵਾ ਜਾਈਏ ਆਪਣਾ ਰਣਜੀਤ ਐਵਨਿਊ ਦੇ ਵਿੱਚ ਮੰਦਿਰ ਬਣਾਉਣਾ, ਅਤੇ ਆਪਣੇ ਸਾਥੀਆਂ ਨੂੰ ਸਾਰਿਆਂ ਨੂੰ ਕਹਿ ਕੇ ਕਿ ਅਸੀਂ ਮੰਦਿਰ ਬਣਾਉਣਾ, ਧਰਮਸ਼ਾਲਾ ਬਣਾਉਣੀ ਹੈ, ਇੱਕ ਇਹੋ ਜਿਹੀ ਇੱਕ ਕਮਿਊਨਿਟੀ ਹਾਲ ਇਹੋ ਜਿਹਾ ਬਣਾਈਏ ਕਿ ਲੋਕਾਂ ਦੇ ਸੁੱਖ ਦੁੱਖ ਦਾ ਯੋਗਦਾਨ ਹੋਵੇ। ਪਿਛਲੇ 5 ਸਾਲ 'ਚ ਅਸੀਂ ਉਹ ਕੰਮ ਮਤਲਬ ਉਹਨਾਂ ਦੀ ਕੰਮ ਕਰਨ ਦੀ ਆਦਤ ਆ, ਔਰ ਮੈਨੂੰ ਪ੍ਰਾਊਡ ਆ ਕਿ ਮੈਂ ਉਹਨਾਂ ਦੀ ਟੀਮ ਦਾ ਮੈਂਬਰ ਹਾਂ। ਮੈਂ ਉਹਨਾਂ ਲਈ ਕੰਮ ਕਰਦਾ, ਔਰ ਮੈਨੂੰ 100% ਸ਼ੋਰਿਟੀ ਹੈ ਕਿ ਇਸ ਵਾਰੀ ਉਹ ਬਹੁਤ ਕੰਫਰਟੇਬਲ ਮਾਰਜਨ ਨਾਲ ਇਲੈਕਸ਼ਨ ਜਿੱਤ। ਅਕਾਲੀ ਦਲ ਨਾਰਥ ਹਲਕੇ ਦੇ ਵਿੱਚ ਆਪਣੀ ਪਕੜ ਬਣਾ ਰਿਹਾ। ਜਦੋਂ ਅਨਿਲ ਜੋਸ਼ੀ ਵਰਗੇ ਲੀਡਰ ਹੋਣਗੇ ਤਾਂ ਅੱਛੇ ਤੋਂ ਅੱਛੇ ਏਰੀਏ ਦੇ ਵਿੱਚ ਵਧੀਆ ਪਕੜ ਕਿਉਂ ਨਹੀਂ ਬਣੂਗੀ। ਮੈਂ ਪਾਰਟੀ ਦੀ ਗੱਲ ਕਰ ਰਿਹਾ। ਮੈਂ ਵੀ ਪਾਰਟੀ ਦੀ ਗੱਲ ਕਰ ਰਿਹਾ ਕਿ ਪਾਰਟੀਆਂ ਵੀ ਜਿਹੜੀਆਂ ਹੁੰਦੀਆਂ ਉਹ ਬੰਦਿਆਂ ਦੇ ਨਾਲ ਹੀ ਹੁੰਦੀਆਂ, ਔਰ ਜਦੋਂ ਇੱਕ ਅੱਛੇ ਕੰਮ ਕਰਨ ਵਾਲੇ ਲੀਡਰ ਉਸ ਪਾਰਟੀ ਦੇ ਨਾਲ ਜੁੜਦੇ ਨੇ, ਹੁਣ ਮਤਲਬ ਤੁਸੀਂ ਦੇਖੋ ਇਸ ਕੌਂਸਟੀਟੂਐਂਸੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਦਾ ਬਹੁਤ ਵੱਡਾ ਰੋਲ ਹੋਊਗਾ। ਲੇਕਿਨ ਜਦੋਂ ਅਸੀਂ ਦੇਖੀਏ ਕਿ ਮੈਰਿਟ ਕੀ ਹੈ, ਮੈਰਿਟ ਇਹ ਹੈ ਕਿ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਸੀ। ਮੈਰਿਟ ਇਹ ਹੀ ਉਹਦੇ ਬਿਹਾਵ 'ਤੇ ਸਾਨੂੰ ਵੀ ਉਹਨਾਂ ਨੂੰ ਵੀ ਸਮਝ ਸੀ ਜੋਸ਼ੀ ਜੀ ਨੂੰ ਕਿ ਇਹ ਕਿਸਾਨੀ ਬੇਸਡ ਕੌਂਸਟੀਟੂਐਂਸੀ ਨਹੀਂ ਹੈਗੀ। ਲੇਕਿਨ ਗੱਲ ਤਾਂ ਪੰਜਾਬ ਦੀ ਹੈ ਨਾ, ਗੱਲ ਪੰਜਾਬੀਆਂ ਦੀ, ਉਹ ਵੀ ਤਾਂ ਸਾਡੇ ਭਰਾ ਹੀ ਹੈ ਨਾ, ਉਹਨਾਂ ਦੀ ਵੀ ਗੱਲ ਰੱਖਣੀ। ਫਿਰ ਕੀਤਾ ਵੀ ਉਹੀ ਜੋ ਅਨਿਲ ਜੋਸ਼ੀ ਜੀ 4 ਮਹੀਨੇ ਪਹਿਲਾਂ ਕਹਿੰਦੇ ਸੀ, ਉਹੀ ਫਿਰ ਕੀਤਾ, ਅਤੇ ਇਹੋ ਹੀ 4 ਮਹੀਨੇ ਪਹਿਲਾਂ ਕਰਦੇ। ਸੋ ਚੰਗਾ ਬੰਦਾ ਜਦੋਂ ਕਿਸੇ ਚੰਗੀ ਪਾਰਟੀ ਦੇ ਨਾਲ ਜੁੜਦਾ ਹੈ ਤਾਂ ਡੈਫੀਨੇਟਲੀ 4 ਮਹੀਨੇ ਦੀ ਗੱਲ ਕੀਤੀ ਹੈ। ਲੋਕ ਤਾਂ ਇਹ ਵੀ ਕਹਿ ਰਹੇ ਕਿ ਜੋਸ਼ੀ ਸਾਹਿਬ ਨੇ ਗਲਤੀ ਕੀਤੀ, ਪਾਰਟੀ ਨਹੀਂ ਛੱਡਣੀ ਚਾਹੀਦੀ ਸੀ। ਬੀਜੇਪੀ ਤੋਂ ਲੜਦੇ ਜੇ ਸ਼ਾਇਦ ਹੋਰ ਮਾਰਜਨ ਵੱਧ ਜਾਂਦਾ। ਇੱਕ ਫੇਸਬੁੱਕਾਂ 'ਤੇ ਗੱਲ ਵੀ ਚੱਲਦੀ ਹੈ, ਪਹਿਲਾਂ ਇਨਸਾਨ ਫਿਰ ਪਾਰਟੀ ਫਿਰ ਨਿਸ਼ਾਨ। ਨਹੀਂ ਕੋਈ ਗੱਲ ਨਹੀਂ, ਆਪਣਾ ਬੀਜੇਪੀ ਨੂੰ ਕਿੰਨਾ ਮਾਰਜਨ ਵਧਣਾ ਉਹ ਤਾਂ ਆਉਣ ਵਾਲੇ ਇਲੈਕਸ਼ਨ 'ਚ ਤੁਹਾਨੂੰ ਪਤਾ ਲੱਗ ਹੀ ਜਾਏਗਾ ਕਿ ਬੀਜੇਪੀ ਦਾ ਕਿੰਨਾ ਮਾਰਜਨ ਨਾਰਥ ਕੌਂਸਟੀਟੂਐਂਸੀ 'ਚ ਵੱਧ ਰਿਹਾ। ਲੇਕਿਨ ਮੈਨੂੰ ਇੰਨਾ ਪਤਾ ਕਿ ਉਹ ਆਪਣੇ ਪੰਜਾਬ ਦੇ ਪਿੱਛੇ ਖੜੇ ਹੋਏ ਆ, ਔਰ ਪੰਜਾਬੀ ਲੋਕਾਂ ਦੀ ਔਰ ਆਪਣੀ ਕੌਂਸਟੀਟੂਐਂਸੀ ਦੇ ਲੋਕਾਂ ਦਾ ਸੁੱਖ ਦੁੱਖ, ਉਹਨਾਂ ਦਾ ਆਪਣਾ ਪਰਸਨਲ ਸੁੱਖ ਦੁੱਖ ਹੈ, ਔਰ ਉਹ ਉਸ ਕੰਮ ਤੋਂ ਕਦੀ ਪਿੱਛੇ ਨਹੀਂ ਹਟਦੇ। ਯਾਨੀ ਕਿ ਜਿਹੜੀ ਪਹਿਲਾਂ ਇਨਸਾਨ ਤੇ ਨਿਸ਼ਾਨ ਦੀ ਗੱਲ ਕੀਤੀ ਜਾਂਦੀ ਹੈ, ਸਿਰਫ ਜੇਕਰ ਇਸ ਵੋਟ ਦੀ ਗੱਲ ਕਰਾਂ, ਵੋਟ ਬੈਂਕ ਦੀ ਗੱਲ ਕਰਾਂ, ਤਾਂ ਕੀ ਇਸ ਵੇਲੇ ਚਿਹਰੇ ਤੇ ਵੋਟ ਬੈਂਕ ਹੋਏਗਾ? ਦੇਖੋ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ ਰਾਜਨੀਤੀ ਦੇ ਵਿੱਚ, ਹਰ ਇੱਕ ਚੀਜ਼ ਮੈਟਰ ਕਰਦੀ ਹੈ। ਅੱਛੀ ਪਾਰਟੀ ਹੋਵੇ, ਮਾੜਾ ਕੈਂਡੀਡੇਟ ਹੋਵੇ ਤਾਂ ਵੀ ਵੋਟ ਨਹੀਂ ਪੈਂਦਾ, ਔਰ ਮਾੜਾ ਕੈਂਡੀਡੇਟ ਹੋਵੇ, ਅੱਛੀ ਪਾਰਟੀ ਹੋਵੇ ਤਾਂ ਵੀ ਵੋਟ ਨਹੀਂ ਪੈਂਦਾ। ਇਸ ਕਰਕੇ ਸਾਰਿਆਂ ਦਾ ਇਕੁਇਲੈਂਟ ਰੋਲ ਹੁੰਦਾ ਹੈ। ਜਿੱਥੇ ਪਾਰਟੀ ਦੀ ਐਕਸੈਪਟੈਂਸ ਹੁੰਦੀ ਹੈ ਉੱਥੇ ਕੈਂਡੀਡੇਟਸ ਦੀ ਵੀ ਐਕਸੈਪਟੈਂਸ ਹੁੰਦੀ ਹੈ। ਬਾਕੀ ਲੋਕਤੰਤਰ ਹੈ, ਹਰ ਇੱਕ ਬੰਦੇ ਨੂੰ ਆਪਣਾ ਵਿਚਾਰ ਰੱਖਣ 'ਤੇ ਸੋਸ਼ਲ ਮੀਡੀਆ ਦਾ ਅਧਿਕਾਰ ਹੈ। ਤੁਸੀਂ ਜਿਹੜੀ ਗੱਲ ਕਰਦੇ ਹੋ ਪਹਿਲਾਂ ਨਿਸ਼ਾਨ ਤੇ ਫਿਰ ਇਨਸਾਨ ਤੇ ਫਿਰ ਨਿਸ਼ਾਨ, ਇਹ ਕੋਈ ਕੰਪੇਨ ਅਨਿਲ ਜੋਸ਼ੀ ਦੀ ਨਹੀਂ ਚਲਾਈ। ਲੋਕ ਵੀ ਬਹੁਤ ਆਪਸ 'ਚ, ਡੈਮੋਕ੍ਰੇਸੀ ਹੈ, ਡੈਮੋਕ੍ਰੇਸੀ ਦੇ ਵਿੱਚ ਲੋਕ ਆਪਣੇ ਆਪਣੇ ਵਿਚਾਰ ਰੱਖਦੇ ਆ। ਓਪਨ ਸੋਸ਼ਲ ਮੀਡੀਆ ਓਪਨ ਇੱਕ ਪਲੇਟਫਾਰਮ ਆ, ਉਹਦੇ 'ਚ ਆਪਣੇ ਵਿਚਾਰ ਰੱਖਦੇ ਪਰ ਲੋਕ, ਹਰ ਇੱਕ ਦੇ ਆਪਣੇ ਵਿਚਾਰ ਹੈ। ਮੈਂ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੀ ਕਰੂੰਗਾ ਜ਼ਿਆਦਾ ਵਧੀਆ, ਕਿਉਂਕਿ ਮੈਂ ਉਹਨਾਂ ਦਾ ਨੁਮਾਇੰਦਾ, ਉਹਨਾਂ ਦੀ ਪਾਰਟੀ ਦਾ ਵਰਕਰ ਹਾਂ, ਅਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੂੰਗਾ। ਇਸ ਤਰ੍ਹਾਂ ਜਿਹੜਾ ਕੋਈ ਜਿਹਨੂੰ ਆਮ ਆਦਮੀ ਪਾਰਟੀ ਦਾ ਚਸ਼ਮਾ ਲੱਗ ਗਿਆ ਉਹਨੇ ਉਹਦੀ ਗੱਲ ਕਰਨੀ ਹੈ। ਲੇਕਿਨ ਮੈਨੂੰ ਇੰਨਾ ਪਤਾ ਕਿ ਕੋਈ ਕਹਿੰਦਾ ਕਿ ਮੈਨੂੰ ਜਿਤਾਓ ਮੈਂ ਕੰਮ ਕਰੂੰਗਾ, ਕੋਈ ਕਹਿੰਦਾ ਕਿ ਮੈਂ ਪਿਛਲੇ 5 ਸਾਲ ਇੰਨਾ ਨਹੀਂ ਕਰ ਪਾਇਆ, 2 ਸਾਲ ਤਾਂ ਮੇਰੇ ਕੋਵਿਡ 'ਚ ਨਿਕਲ ਗਏ, ਮੈਂ ਹੋਰ ਕਰੂੰਗਾ, ਅਤੇ ਕੋਈ ਕਹਿੰਦਾ ਕਿ ਮੈਂ 10 ਸਾਲ ਕੰਮ ਕਰਕੇ ਵਿਖਾਇਆ, ਮੈਨੂੰ ਦੁਬਾਰਾ ਚੁਣੋ। ਤਾਂ ਇਸ ਕਰਕੇ ਮੈਨੂੰ ਪੂਰਾ ਵਿਸ਼ਵਾਸ ਹੈ ਲੋਕ ਉਹਨਾਂ ਦੀ ਡਿਵੈਲਪਮੈਂਟ 'ਤੇ, ਉਹਨਾਂ ਦੀ ਅਵੇਲੇਬਿਲਿਟੀ 'ਤੇ, ਉਹਨਾਂ ਦੀ ਐਸੈਸਿਬਿਲਿਟੀ 'ਤੇ ਉਹਨਾਂ ਨੂੰ ਵੋਟ ਕਰਨਾ। ਯਾਨੀ ਕਿ ਜਿਹੜੇ ਵਾਅਦੇ ਕਰ ਰਹੇ ਹੋ ਅਨਿਲ ਜੋਸ਼ੀ ਨੇ ਕੰਮ ਕਰ ਚੁੱਕੇ ਨੇ। ਇਹ ਤਾਂ ਪ੍ਰੂਵਡ ਹੈ ਕਿ ਮੈਂ ਤੁਹਾਨੂੰ ਕਹਿ ਰਿਹਾ ਕਿ ਕੱਲ੍ਹ ਪਰਸੋਂ ਮੈਂ ਦੱਤੀ ਸਾਹਿਬ ਦੀ ਇੰਟਰਵਿਊ ਸੁਣ ਰਿਹਾ ਸੀ, ਅਤੇ ਉਹ ਕਹਿੰਦੇ ਸੀ ਅਜੇ 2 ਸਾਲ ਤਾਂ ਮੇਰੇ ਕੋਵਿਡ 'ਚ ਹੀ ਨਿਕਲ ਗਏ, ਅਤੇ ਮੈਂ ਹੁਣ ਦੁਬਾਰਾ ਬਹੁਤ ਸੁਪਨੇ ਸਜੋਏ ਹੋਏ ਆ, ਅਤੇ 6 ਕਾਉਂਸਲਰ ਉਹਨਾਂ ਦੇ ਅਗੇਂਸਟ ਨੇ। ਤੁਸੀਂ ਵੇਖੋ ਕਾਂਗਰਸ ਦਾ ਕੀ ਹਾਲ ਆ ਕਿ 6 ਇੰਟਰਨਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ, ਰਾਈਟ। ਸੋ ਕੁੰਵਰ ਜੀ ਦੱਸ ਰਹੇ ਨੇ ਕਿ ਮੈਂ ਹਰ ਲੇਡੀਜ਼ ਨੂੰ 1000 ਰੁਪਈਆ ਦਊਂਗਾ, ਕਿ ਹਰ ਲੇਡੀ ਨੂੰ 1000 ਰੁਪਈਆ ਦੇਵਾਂਗੇ। ਸੋ ਮੈਂ ਇਹ ਸਮਝਦਾ ਹਾਂ ਕਿ ਅਨਿਲ ਜੋਸ਼ੀ ਜੀ ਇਕੱਲੇ ਇੱਕ ਐਸੇ ਕੈਂਡੀਡੇਟ ਨੇ ਇਸ ਟਾਈਮ ਮੌਜੂਦਾ ਇਲੈਕਸ਼ਨਸ ਦੇ ਵਿੱਚ ਜਿਨ੍ਹਾਂ ਨੇ ਪ੍ਰੂਵਡ ਕੀਤਾ। ਲੋਕ ਐਗਜ਼ਾਮਪਲ ਦਿੰਦੇ ਆ ਯਾਰ, ਅਨਿਲ ਜੋਸ਼ੀ ਨੇ ਪ੍ਰੂਵ ਕੀਤਾ। ਸੋ ਉਹਨਾਂ ਨੇ ਜੋ ਪ੍ਰੂਵ ਕੀਤਾ ਉਹਨੂੰ ਹੀ ਮੈਂ ਮੱਦੇਨਜ਼ਰ ਰੱਖ ਕੇ ਤੁਹਾਨੂੰ ਇਹ ਦੱਸ ਸਕਦਾ ਕਿ ਉਹ ਕੰਫਰਟੇਬਲ ਮਾਰਜਨ ਨਾਲ ਇਲੈਕਸ਼ਨ ਜਿੱਤਣਗੇ। ਮੇਰਾ ਇੱਕ ਆਖਰੀ ਸਵਾਲ ਹੈ ਵਿਕਰਮ ਮਜੀਠੀਆ ਦੇ ਉੱਤੇ। ਲੋਕਾਂ ਦੀ ਚਰਚਾ ਹੈ ਜੇਕਰ ਵਿਕਰਮ ਮਜੀਠੀਆ ਨਵਜੋਤ ਸਿੰਘ ਸਿੱਧੂ ਤੇ ਈਸਟ ਦੇ ਅਗਰ ਇਲੈਕਸ਼ਨ ਲੜਦੇ ਤੇ ਉਹ ਸਾਊਥ ਨੂੰ ਵੀ ਇਫੈਕਟ ਕਰ ਸਕਦੇ ਆ, ਔਰ ਜਿਹੜੀ ਨਾਰਥ ਦੀ ਸੀਟ ਆ ਉਹ ਇਫੈਕਟ ਕਰ ਸਕਦੇ ਆ। ਕਿ ਲੱਗਦਾ ਤੁਹਾਨੂੰ ਕਿ ਵਿਕਰਮ ਮਜੀਠੀਆ ਦੇ ਆਉਣ ਦੇ ਨਾਲ ਅਗਰ ਸੀਟ ਲੜਦੇ ਆ ਤੇ ਇਹ ਦੋਨੋਂ ਸੀਟਾਂ ਵੀ ਜਿਹੜੀ ਆ ਉਹ ਕਾਫੀ ਮਜ਼ਬੂਤ ਹੋ ਜਾਣਗੀਆਂ? ਦੇਖੋ ਸਾਡੇ ਮਾਝੇ ਦੇ ਜਰਨੈਲ ਨੇ, ਇੱਕ ਪਾਵਰਫੁਲ ਲੀਡਰ ਨੇ, ਕਦੀ ਜਲਦੀ ਘਬਰਾਉਂਦੇ ਨਹੀਂ। ਉਹ ਲੀਡਿੰਗ ਕੁਆਲਿਟੀ ਆ ਉਹਨਾਂ 'ਚ, ਲੀਡ ਕਰਦੇ ਨੇ ਉਹ ਸਾਨੂੰ ਸਾਰਿਆਂ ਨੂੰ। ਔਰ ਉਹਨਾਂ ਨੇ ਇਹਦੇ ਬਾਰੇ ਮੈਂ ਤੁਹਾਨੂੰ ਕੀ ਕਹਿਣਾ, ਇਹਦੇ ਬਾਰੇ ਜਗ ਜ਼ਾਹਿਰ ਹੈ ਕਿ ਜੇ ਉਹ ਅੰਮ੍ਰਿਤਸਰ ਅਰਬਨ ਦੀ ਕਿਸੇ ਵੀ ਸੀਟ ਤੋਂ ਇਲੈਕਸ਼ਨ ਲੜਦੇ
ਤੇ ਪੂਰੇ ਅੰਮ੍ਰਿਤਸਰ ਦੀ ਸੀਟਾਂ ਤੇ ਇਫੈਕਟ ਹੁੰਦਾ ਹੈ। ਲੇਕਿਨ ਇਹ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਵੀ ਕਿਹਾ ਕਿ ਜੋ ਪਾਰਟੀ ਉਹਨਾਂ ਦੀ ਡਿਊਟੀ ਲਾਊਗੀ, ਜੋ ਸੰਗਤ ਡਿਊਟੀ ਲਾਊਗੀ, ਉਹ ਉੱਥੋਂ ਇਲੈਕਸ਼ਨ ਲੜਨਗੇ। ਯਾਨੀ ਅਗਰ ਡਿਊਟੀ ਲਾਤੀ ਤੇ ਲੜ ਵੀ ਸਕਦੇ ਨੇ। ਕਿਉਂ ਨਹੀਂ ਲੜ ਸਕਦੇ? ਓਪਨ ਪਲੇਟਫਾਰਮ ਹੈ। ਕਾਰਜਕਰਤਾ ਤਿਆਰ ਹੈ ਕਿਉਂਕਿ ਇੱਕੋ ਹੀ ਸੀਟ ਜਿਹੜੀ ਅਕਾਲੀ ਦਲ ਦੀ ਹਲੇ ਘੋਸ਼ਿਤ ਨਹੀਂ ਹੋਈ ਉਹ ਈਸਟ ਦੀ ਹੈ। ਬਿਲਕੁਲ ਤਿਆਰ ਹੈ, ਕਾਰਜਕਰਤਾ ਤਿਆਰ ਹੈ। ਸਾਡੀ ਜਿੱਥੇ ਪਾਰਟੀ ਡਿਊਟੀ ਲਾਊਗੀ ਸਾਡੇ ਲਈ ਬਹੁਤ ਵਧੀਆ ਹੈਗੀ। ਵਿਕਰਮ ਸਿੰਘ ਮਜੀਠੀਆ ਵਰਗੇ ਕੈਂਡੀਡੇਟ ਅੰਮ੍ਰਿਤਸਰ ਈਸਟ ਤੋਂ ਲੜਨ, ਮੈਨੂੰ ਲੱਗਦਾ ਕਿ ਸਟਰੋਂਗੈਸਟ ਕੰਪੀਟੀਸ਼ਨ ਇਨ ਦਾ ਪੰਜਾਬ ਉਹ ਹੋਊਗਾ। ਔਰ ਨਾਲ ਠੋਕੋ ਤਾੜਾ ਜੀ ਨੂੰ ਵੀ ਪਤਾ ਲੱਗ ਜਾਊਗਾ ਕਿ ਇਲੈਕਸ਼ਨ 'ਚ ਕਿਸ ਭਾਵੇਂ ਵੋਟ ਸੀਟ ਦੇ ਵਿੱਚ ਇੱਕ ਹੋਰ ਵਾਧਾ ਹੋ ਜਾਏਗਾ। ਬਿਲਕੁਲ ਹੋਊਗਾ, ਹੋਣਾ ਚਾਹੀਦਾ ਵੀ ਹੈ। ਨਾਲ ਪਤਾ ਵੀ ਲੱਗ ਜਾਏਗਾ ਸਿੱਧੂ ਸਾਹਿਬ ਨੂੰ, ਜਿਹੜੇ ਬੜੇ ਬੜੇ 5 ਸਾਲ ਜੁਮਲੇ ਖਵਾਤੇ ਲੋਕਾਂ ਨੂੰ, ਕਿ ਕਿਸ ਭਾਅ ਵਿਕਦੀ ਆ, ਉਹ ਵੀ ਪਤਾ ਲੱਗ ਜਾਊਗਾ। ਸੋ ਜਿਹੜੇ 5 ਸਾਲ ਨਵਜੋਤ ਸਿੰਘ ਸਿੱਧੂ ਨੇ ਜੁਮਲੇ ਖਵਾਏ, ਉਹ ਕਿਸ ਅਗਰ ਵਿਕਰਮ ਸਿੰਘ ਮਜੀਠੀਆ ਇਲੈਕਸ਼ਨ ਲੜਦੇ ਆ ਤੇ ਕੀ ਜੁਮਲੇ ਹੁੰਦੇ ਆ, ਕੀ ਭਾਵ ਹੁੰਦੇ, ਉਹ ਵੀ ਪਤਾ ਲੱਗ ਜਾਏਗਾ। ਲੇਕਿਨ ਉਸ ਦੇ ਨਾਲ ਗੱਲ ਕਰਾਂਗਾ ਨਾਰਥ ਸੀਟ ਦੀ। ਨਾਰਥ ਸੀਟ ਦੇ ਵਿੱਚ ਅਨਿਲ ਜੋਸ਼ੀ ਨੇ ਜੋ ਕਿਹਾ ਉਹ ਕਰਕੇ ਦਿਖਾਇਆ, ਵਾਅਦੇ ਨਹੀਂ ਕੀਤੇ, ਕੰਮ ਕੀਤੇ ਆ। ਲੋਕ ਸਮਝਦਾਰ ਹੈ, ਪੜ੍ਹੇ ਲਿਖੇ ਲੋਕ ਹੈ, ਔਰ ਜੋ ਉਹਨਾਂ ਦੀ ਥਿਊਰੀ ਹੈ, ਜੋ ਉਹਨਾਂ ਦੀ ਸੋਚ ਹੈਗੀ ਹੈ, ਲੋਕ ਇੱਕ ਚਿਹਰੇ ਦੀ ਗੱਲ ਕਰਦੇ। ਔਰ ਚਿਹਰਾ ਇਸ ਟਾਈਮ ਜੇਕਰ ਗੱਲ ਕਰੀਏ ਉੱਤਰੀ ਹਲਕੇ ਦੇ ਵਿੱਚ, ਉਹ ਅਨਿਲ ਜੋਸ਼ੀ ਹੈ। ਅਮਨ ਅਰੋੜਾ ਦਾ ਕਹਿਣਾ ਹੈ ਉਹ ਪੰਜਾਬ ਦੇ ਵਿੱਚੋਂ ਜੇਕਰ ਨਾਰਥ ਸੀਟ ਦੀ ਗੱਲ ਕਰੀਏ ਤਾਂ ਸਭ ਤੋਂ ਹੌਟ ਸੀਟ ਹੈਗੀ। ਔਰ ਜਿਹੜਾ ਚੌਤਰਫਾ ਮੁਕਾਬਲਾ ਹੈ, ਇੱਕ ਕੈਂਡੀਡੇਟ ਜਿਹੜਾ ਬੀਜੇਪੀ ਦਾ ਉਹ ਘੋਸ਼ਿਤ ਹੋਣਾ ਬਾਕੀ, ਲੇਕਿਨ ਮੈਦਾਨ ਦੀ ਜਿਹੜੀ ਪਿੱਚ ਹੈਗੀ ਆ ਉਹ ਸੱਜ ਚੁੱਕੀ ਹੈ। 2022 ਦੀ ਪਾਰੀ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਸਮੀਕਰਨ ਕੀ ਹੋਏਗਾ ਇਹ ਤੇ ਕੁਝ ਦਿਨਾਂ ਦੇ ਵਿੱਚ ਹੋਰ ਕਲੀਅਰ ਹੁੰਦਾ ਜਾਏਗਾ। ਲੇਕਿਨ ਨਾਰਥ ਹਲਕਾ ਜਿਹੜਾ ਹੌਟ ਸੀਟ ਹੈ ਉਹ ਲਗਾਤਾਰ ਜਿਹੜਾ ਬਣਿਆ ਹੋਇਆ।